Morning students, today we will discuss about the next basic concept which is investment ਕੀ ਹੁੰਦਾ ਰਾਜੇ ਨਿਵੇਸ਼ ਕਿਸੇ ਚੀਜ਼ ਦੇ ਵਿੱਚ ਕਿਸੇ ਬਿਜ਼ਨਸ ਦੇ ਵਿੱਚ ਪੈਸਾ ਲਾਉਣਾ ਪੈਸਾ ਇਨਵੈਸਟ ਕਰਨਾ ਉਹਨੂੰ ਕਹਿੰਦੇ ਆ ਇਨਵੈਸਟਮੈਂਟ ਕੀ ਹੁੰਦੀ ਆ ਇਕਨੋਮਿਕਸ ਦੇ ਵਿੱਚ ਇਹਨੂੰ ਕਿਹਾ ਜਾਂਦਾ ਹੈ ਐਡੀਸ਼ਨ ਟੂ ਕੈਪੀਟਲ ਕੀ ਹੈ ਪੂੰਜੀ ਜੇਕਰ ਆਪਾਂ ਕੱਲਾ ਪੈਸਾ ਮੰਨੀਏ ਤਾਂ ਕੱਲੇ ਪੈਸੇ ਨੂੰ ਆਪਾਂ ਮਨੀ ਵੀ ਕਹਿ ਸਕਦੇ ਹਾਂ ਬਟ ਕੈਪੀਟਲ ਕਿਉਂ ਕਹਿੰਦੇ ਆ ਕਿਉਂਕਿ ਇਹਦੇ ਵਿੱਚ ਜੋ ਆਪਣੀ ਪ੍ਰੋਪਰਟੀ ਹੈ ਪ੍ਰੋਪਰਟੀ ਦੇ ਪੇਪਰਸ ਜੋ ਆਪਣੇ ਗਹਿਣੇ ਵਗੈਰਾ ਹੁੰਦੇ ਆ ਉਹਨਾਂ ਸਾਰਿਆਂ ਨੂੰ ਮਿਲਾ ਕੇ ਜੋ ਵੀ ਪੂੰਜੀ ਬਣਦੀ ਹੈ ਪੈਸੇ ਦੇ ਸਣੇ ਪ੍ਰੋਪਰਟੀ ਦੇ ਸਣੇ ਉਹ ਸਾਰੀ ਚੀਜ਼ ਨੂੰ ਕੀ ਕਿਹਾ ਜਾਂਦਾ ਹੈ ਉਹਨੂੰ ਕੈਪੀਟਲ ਕਿਹਾ ਜਾਂਦਾ ਹੈ ਐਡੀਸ਼ਨ ਟੂ ਕੈਪੀਟਲ ਦੇ ਵਿੱਚ ਪੂੰਜੀ ਦੇ ਵਿੱਚ ਹੋਰ ਵਾਧਾ ਹੋ ਜਾਣਾ ਉਹਨੂੰ ਕੀ ਕਹਿੰਦੇ ਆ ਇਨਵੈਸਟਮੈਂਟ ਕਹਿ ਦਿੰਦੇ ਆ ਅੱਗੇ ਮੈਂ ਤੁਹਾਨੂੰ ਦੱਸਦੀ ਹਾਂ ਬਹੁਤ ਧਿਆਨ ਨਾਲ ਸਮਝੋ ਡਿਊਰਿੰਗ ਅ ਈਅਰ that part of income which is not spent on consumption but is saved for the use ਕਹਿੰਦੇ ਇੱਕ ਸਾਲ ਦੇ ਦੌਰਾਨ ਕੋਈ ਇਨਕਮ ਦਾ ਪਾਰਟ ਜਿਹੜਾ ਅਸੀਂ ਸਪੈਂਟ ਨਹੀਂ ਕੀਤਾ ਕੰਜ਼ੰਪਸ਼ਨ 'ਤੇ ਖਰਚ ਨਹੀਂ ਕੀਤਾ ਅਸੀਂ ਬਟ ਉਹਨੂੰ ਅਸੀਂ ਸੇਵ ਕੀਤਾ ਕਾਹਦੇ ਵਾਸਤੇ ਕੈਪੀਟਲ ਫਾਰਮੇਸ਼ਨ ਦੇ ਯੂਜ਼ ਦੇ ਵਾਸਤੇ ਫॉर द यूज़ ऑफ ਕੈਪੀਟਲ ਫਾਰਮੇਸ਼ਨ ਮਤਲਬ ਕਿ ਪੂੰਜੀ ਨੂੰ ਬਣਾਉਣ ਦੇ ਵਾਸਤੇ ਹੋਰ ਵਧਾਉਣ ਦੇ ਵਾਸਤੇ ਅਸੀਂ ਉਹਨੂੰ ਯੂਜ਼ ਕੀਤਾ ਹੈ ਅਸੀਂ ਉਹਨੂੰ ਘਰ ਦੀਆਂ ਚੀਜ਼ਾਂ ਦੀ ਖਪਤ ਦੇ ਵਾਸਤੇ ਯੂਜ਼ ਨਹੀਂ ਕੀਤਾ ਉਹ ਪਾਰਟ ਹੈ ਜਿਹੜਾ ਉਹਨੂੰ ਅਸੀਂ ਇਨਵੈਸਟਮੈਂਟ ਕਹਾਂਗੇ when production is more than consumption during an accounting year is called investment production is more ਜਦੋਂ ਪ੍ਰੋਡਕਸ਼ਨ ਵੱਧ ਹੁੰਦੀ ਹੈ ਕੰਜ਼ੰਪਸ਼ਨ ਦੇ ਨਾਲੋਂ ਇੱਕ ਸਾਲ ਦੇ ਵਿੱਚ ਜਦੋਂ ਪ੍ਰੋਡਕਸ਼ਨ ਜ਼ਿਆਦਾ ਹੋਵੇ ਰਾਦਰ ਦੈਨ ਕੰਜ਼ੰਪਸ਼ਨ ਖਰਚ ਦੇ ਨਾਲੋਂ ਪ੍ਰੋਡਕਸ਼ਨ ਸਾਨੂੰ ਜ਼ਿਆਦਾ ਮਿਲੇ ਤਾਂ ਉਹਨੂੰ ਅਸੀਂ ਇਨਵੈਸਟਮੈਂਟ ਕਹਿੰਦੇ ਹਾਂ ਐਗਜ਼ਾਮਪਲ ਮੰਨ ਲਓ ਐਗਜ਼ਾਮਪਲ ਆ ਜਿਵੇਂ ਮਸ਼ੀਨਸ ਹੋ ਗਈਆਂ ਟੂਲਸ ਹੋ ਗਏ ਹੋਰ ਇਕੁਇਪਮੈਂਟਸ ਹੋ ਗਏ ਰॉ ਮਟੀਰੀਅਲ ਰੇਲ ਰੋਡਸ ਬਿਲਡਿੰਗਸ ਹੋ ਗਈਆਂ ਜਾਂ ਟਰਾਂਸਪੋਰਟ ਦੇ ਸਾਧਨ ਆ ਜਿਹੜੇ ਇਹ ਸਾਰੇ ਹੀ ਇਨਵੈਸਟਮੈਂਟ ਦੀ ਐਗਜ਼ਾਮਪਲ ਆ ਕਿਵੇਂ ਐਗਜ਼ਾਮਪਲ ਆ ਇਨਵੈਸਟਮੈਂਟ ਇਜ਼ ਦੈਟ ਪਾਰਟ ਆਫ ਪ੍ਰੋਡਕਸ਼ਨ ਵਿਚ ਇਜ਼ ਯੂਜ਼ਡ ਫॉर ਫਰਦਰ ਪ੍ਰੋਡਕਸ਼ਨ ਆਫ ਗੁੱਡਸ ਐਂਡ ਸਰਵਿਸਿਜ਼ ਇਨਵੈਸਟਮੈਂਟ ਇਹੋ ਜਿਹਾ ਪਾਰਟ ਹੁੰਦਾ ਏ ਪ੍ਰੋਡਕਸ਼ਨ ਦਾ ਜਿਹੜਾ ਕਦੋਂ ਯੂਜ਼ ਕੀਤਾ ਜਾਂਦਾ ਕਾਹਦੇ ਵਾਸਤੇ ਉਹ ਹੋਰ ਪ੍ਰੋਡਕਸ਼ਨ ਦੀਆਂ ਚੀਜ਼ਾਂ ਬਣਾਉਣ ਦੇ ਵਾਸਤੇ ਹੋਰ ਚੀਜ਼ਾਂ ਦੀ ਪ੍ਰੋਡਕਸ਼ਨ ਕਰਨ ਦੇ ਵਾਸਤੇ ਹੋਰ ਸਰਵਿਸਿਜ਼ ਦੀ ਪ੍ਰੋਡਕਸ਼ਨ ਕਰਨ ਦੇ ਵਾਸਤੇ ਯੂਜ਼ ਕੀਤਾ ਜਾਂਦਾ ਹੈ ਉਹਨੂੰ ਅਸੀਂ ਇਨਵੈਸਟਮੈਂਟ ਕਹਿੰਦੇ ਹਾਂ ਮੰਨ ਲਓ ਮੈਂ ਤੁਹਾਨੂੰ ਦੋ ਚੀਜ਼ਾਂ ਦੱਸੀਆਂ ਸੀ ਇੱਕ ਸੀ ਗੁੱਡਸ ਹੁੰਦੀਆਂ ਨੈਸ਼ਨਲ ਇਨਕਮ ਦੇ ਵਿੱਚ ਪੜ੍ਹਿਆ ਸੀ ਇੱਕ ਹੁੰਦੀਆਂ ਸਰਵਿਸਿਜ਼ ਮੰਨ ਲਓ ਹੁਣ ਕੋਈ ਡਾਕਟਰ ਹੈ ਉਹ ਆਪਾਂ ਨੂੰ ਸਰਵਿਸਿਜ਼ ਦਿੰਦੇ ਆ ਹੈ ਨਾ ਆਪਾਂ ਉਹਨੂੰ ਪੇ ਕਰਦੇ ਆ ਉਹ ਆਪਾਂ ਨੂੰ ਸਰਵਿਸਿਜ਼ ਦਿੰਦੇ ਆ ਸੇਵਾਵਾਂ ਪ੍ਰਦਾਨ ਕਰਦੇ ਆ ਹੁਣ ਉਹ ਡਾਕਟਰ ਨੂੰ ਜੋ ਵੀ ਇਨਕਮ ਹੋਈ ਹੈ ਉਸ ਇਨਕਮ ਦੇ ਵਿੱਚੋਂ ਉਹਨੇ ਕੰਜ਼ੰਪਸ਼ਨ 'ਤੇ ਉਹ ਪਾਰਟ ਨੂੰ ਉਹ ਇਨਕਮ ਦਾ ਪਾਰਟ ਕੰਜ਼ੰਪਸ਼ਨ 'ਤੇ ਨਹੀਂ ਲਗਾਇਆ ਸਪੈਂਟ ਨਹੀਂ ਕੀਤਾ ਉਹਨੇ ਉਹਦਾ ਕੀ ਕੀਤਾ ਉਹਨੇ ਜਿਹੜਾ ਉਹ ਮਨੀ ਦਾ ਪਾਰਟ ਸੀਗਾ ਉਸ ਨੂੰ ਲੈ ਕੇ ਇੱਕ ਹੋਰ ਕਲੀਨਿਕ ਖੋਲ੍ਹਤਾ ਉਸਨੇ ਇੱਕ ਹੋਰ ਆਪਦਾ ਇੱਕ ਹਸਪੀਟਲ ਉਹਦੇ ਕੋਲ ਪਹਿਲਾਂ ਸੀ ਇੱਕ ਹੋਰ ਕਲੀਨਿਕ ਉਹਨੇ ਖੋਲ੍ਹ ਲਿਆ ਠੀਕ ਹੈ ਜਿਹਦੇ ਵਿੱਚੋਂ ਆਪਾਂ ਨੂੰ ਸੇਵਾਵਾਂ ਪ੍ਰਦਾਨ ਕਰੂਗਾ ਸਰਵਿਸਿਜ਼ ਆ ਜਿਹੜੀਆਂ ਆਪਾਂ ਨੂੰ ਉਹ ਪ੍ਰੋਵਾਈਡ ਕਰੂਗਾ ਬਟ ਉਹਦੇ ਵਿੱਚ ਕੀ ਹੈ ਵੀ ਹੋਰ ਪ੍ਰੋਡਕਸ਼ਨ ਹੋਊਗੀ ਕਾਹਦੀ ਸਰਵਿਸਿਜ਼ ਦੀ ਹੋਰ ਜ਼ਿਆਦਾ ਜਿਹੜਾ ਹੈਗਾ ਇਹ ਪ੍ਰੋਡਕਸ਼ਨ ਦੇ ਵਾਸਤੇ ਉਹਨੇ ਇੱਕ ਹੋਰ ਕਲੀਨਿਕ ਖੋਲ੍ਹ ਲਿਆ ਤਾਂ ਇਸ ਚੀਜ਼ ਨੂੰ ਆਪਾਂ ਕੀ ਕਵਾਂਗੇ ਇਸ 'ਤੇ ਜਿਹੜਾ ਉਹਨੇ ਪੈਸਾ ਲਾਇਆ ਜੋ ਉਹਨੇ ਕੈਪੀਟਲ ਇੱਥੇ ਲਾਈ ਹੈ ਉਹਨੂੰ ਅਸੀਂ ਕੀ ਕਵਾਂਗੇ ਇਨਵੈਸਟਮੈਂਟ ਉਹਨੇ ਇਨਵੈਸਟ ਕੀਤਾ ਏ ਇਹਦੇ ਵਿੱਚ ਕਲੀਨਿਕ ਦੇ ਵਿੱਚ ਆਪਦਾ ਪੈਸਾ ਆਪਦੀ ਪੂੰਜੀ ਇਹਦੇ ਵਿੱਚ ਇਨਵੈਸਟ ਕੀਤੀ ਆ ਨਾ ਕਿ ਉਹਨੇ ਹੋਰ ਚੀਜ਼ਾਂ ਦੇ ਉੱਪਰ ਖਪਤ ਕਰਤੀ ਹੋਰ ਚੀਜ਼ਾਂ ਦੇ ਉੱਪਰ ਕੰਜ਼ਿਊਮ ਕਰਤੀ ਨੋ ਉਹ ਚੀਜ਼ਾਂ ਉੱਪਰ ਕੰਜ਼ਿਊਮ ਨਹੀਂ ਕੀਤਾ ਉਹਨੇ ਮਨੀ ਦਾ ਉਹ ਪਾਰਟ ਉਹਨੇ ਉਹ ਮਨੀ ਕਲੀਨਿਕ ਦੇ ਵਿੱਚ ਇਨਵੈਸਟ ਕੀਤੀ ਹੈ ਜਿਹਨੂੰ ਅਸੀਂ ਇਨਵੈਸਟਮੈਂਟ ਕਹਿੰਦੇ ਆ ਇਹ ਕਾਹਦੇ ਵਾਸਤੇ ਹੁੰਦੀ ਆ ਇਹ ਹੁੰਦੀ ਆ ਪ੍ਰੋਡਕਸ਼ਨ ਆਫ ਮੋਰ ਗੁੱਡਸ ਐਂਡ ਸਰਵਿਸਿਜ਼ ਹੋਰ ਚੀਜ਼ਾਂ ਦੀ ਪ੍ਰੋਡਕਸ਼ਨ ਦੇ ਵਾਸਤੇ ਸਰਵਿਸ ਦੇ ਵਾਸਤੇ ਸਰਵਿਸਿਜ਼ ਪ੍ਰਾਪਤ ਕਰਨ ਦੇ ਵਾਸਤੇ ਜਿਹੜੀ ਹੈਗੀ ਆ ਇਨਵੈਸਟਮੈਂਟ ਕੀਤੀ ਜਾਂਦੀ ਆ ਪੂੰਜੀ ਦਾ ਨਿਵੇਸ਼ ਕੀਤਾ ਜਾਂਦਾ ਹੈ ਇਨਕਰੀਜ਼ ਇਨ ਰੀਅਲ ਕੈਪੀਟਲ
which led to generation of income, increase in real capital, जो real capital है, जो असली पूंजी ਆ ਉਹਦੇ ਵਿੱਚ ਵਾਧਾ ਕਰਨਾ, ਕਾਦੇ ਵਾਸਤੇ, which led to generation of income, ਜਿਹਦੇ ਨਾਲ ਹੋਰ ਜ਼ਿਆਦਾ ਇਨਕਮ ਆ ਸਕੇ, ਉਸ ਨੂੰ ਅਸੀਂ ਇਨਵੈਸਟਮੈਂਟ ਕਹਿੰਦੇ ਆ। ਬਿਜ਼ਨਸਮੈਨ ਹੁੰਦੇ ਆ ਜਿਹੜੇ, ਹੁਣ ਬਿਜ਼ਨਸਮੈਨ ਹੈ ਜਿਹੜੇ ਬਹੁਤ ਸਾਰਾ ਪੈਸਾ ਆਪਦਾ ਇਨਵੈਸਟ ਕਰਦੇ ਆ, ਇੱਧਰ ਵੀ ਕਰਦੇ ਆ, ਬਾਹਰਲੇ ਦੇਸ਼ਾਂ ਦੇ ਵਿੱਚ ਵੀ ਬਹੁਤ ਸਾਰਾ ਪੈਸਾ ਇਨਵੈਸਟ ਕਰਦੇ ਆ, ਆਪਦਾ ਪੂੰਜੀ ਆਪਦੀ ਲਗਾਉਂਦੇ ਆ। ਕਿਉਂ ਲਗਾਉਂਦੇ ਆ? ਫੋਰ ਦਾ ਮੋਨੈਟਰੀ ਗੇਨ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹਦੇ ਵਿੱਚੋਂ ਸਾਨੂੰ ਕਾਫੀ ਜ਼ਿਆਦਾ ਇਨਕਮ ਹੋਊਗੀ, ਸਾਡਾ ਇਹਦੇ ਵਿੱਚੋਂ ਪ੍ਰੋਫਿਟ ਹੋਊਗਾ, ਤਾਂ ਕਰਕੇ ਉਹ ਪੈਸਾ ਉੱਥੇ ਇਨਵੈਸਟ ਕਰਦੇ ਆ। ਡਿਟਰਮੀਨੈਂਟਸ ਆਫ ਇਨਵੈਸਟਮੈਂਟ। ਹੁਣ ਅੱਗੇ ਰਾਜੇ ਆਪਣੇ ਕੋਲੇ ਇਨਵੈਸਟਮੈਂਟ ਦੇ ਡਿਟਰਮੀਨੈਂਟਸ ਆ, ਮਤਲਬ ਫੈਕਟਰ ਆ ਵੀ ਕਦੋਂ ਤੇ ਕਿਵੇਂ ਕੋਈ ਬੰਦਾ ਜਿਹੜਾ ਹੈਗਾ ਇਹ ਵੀ ਇਨਵੈਸਟ ਕਰਦਾ ਹੈ। ਸਭ ਤੋਂ ਪਹਿਲਾਂ ਇਹ ਐਕਸਪੈਕਟਡ ਰੇਟ ਆਫ ਪ੍ਰੋਫਿਟੇਬਿਲਿਟੀ ਔਰ ਮਾਰਜੀਨਲ ਐਫੀਸ਼ੀਐਂਸੀ ਆਫ ਕੈਪੀਟਲ, MEC, ਐਕਸਪੈਕਟਡ ਰੇਟ ਆਫ ਪ੍ਰੋਫਿਟੇਬਿਲਿਟੀ। ਹੁਣ ਆਪਾਂ ਨੂੰ ਪਤਾ ਹੈ ਵੀ ਹਰੇਕ ਬੰਦਾ ਉੱਥੇ ਹੀ ਇਨਵੈਸਟਮੈਂਟ ਕਰੂਗਾ ਜਿੱਥੇ ਉਹਨੂੰ ਐਕਸਪੈਕਟਡ ਹੋਵੇ ਕਿ ਜੋ ਪ੍ਰੋਫਿਟ ਆ ਉਹਦਾ ਰੇਟ ਉਹਨੂੰ ਕਾਫੀ ਮਿਲੂਗਾ। ਜੇਕਰ ਆਪਾਂ ਨੂੰ ਦਿਸੀ ਜਾਂਦਾ ਹੈ ਵੀ ਕਿਸੇ ਚੀਜ਼ 'ਤੇ ਪੈਸਾ ਲਾ ਕੇ ਆਪਾਂ ਨੂੰ ਲਾਭ ਨਹੀਂ ਹੋਣਾ ਤਾਂ ਆਪਾਂ ਉੱਥੇ ਇਨਵੈਸਟ ਨਹੀਂ ਕਰਾਂਗੇ, ਬਿਲਕੁਲ ਨਹੀਂ ਕਰਾਂਗੇ। ਹਰੇਕ ਬੰਦਾ ਸਭ ਤੋਂ ਪਹਿਲਾਂ ਇਹੀ ਸੋਚਦਾ ਹੈ ਕਿ ਕਿੱਥੇ ਪੈਸਾ ਇਨਵੈਸਟ ਕਰਕੇ, ਕੈਪੀਟਲ ਇਨਵੈਸਟ ਕਰਕੇ ਉਸ ਨੂੰ ਪ੍ਰੋਫਿਟ ਹੋਊਗਾ, ਤਾਂ ਐਕਸਪੈਕਟਡ ਰੇਟ ਆਫ ਪ੍ਰੋਫਿਟੇਬਿਲਿਟੀ ਇਹਦੇ ਵਿੱਚ ਮੁੱਖ ਦਰਜਾ ਰੱਖਦਾ ਹੈ ਵੀ ਸਭ ਤੋਂ ਪਹਿਲਾਂ ਇਹ ਚੀਜ਼ ਸੋਚੀ ਜਾਂਦੀ ਆ। ਜਾਂ ਇਹਨੂੰ ਆਪਾਂ ਮਾਰਜੀਨਲ ਐਫੀਸ਼ੀਐਂਸੀ ਆਫ ਕੈਪੀਟਲ ਵੀ ਕਹਿ ਸਕਦੇ ਹਾਂ, ਵੀ ਐਫੀਸ਼ੀਐਂਸੀ ਕਿੰਨੀ ਕੁ ਸਾਨੂੰ ਪ੍ਰੋਫਿਟ ਹੋਣ ਦੇ ਕਿੰਨੇ ਕੁ ਜਿਹੜੇ ਹੈਗੇ ਚਾਂਸਸ ਹੈਗੇ ਆ, ਉਹ ਚੀਜ਼ ਦੇਖੀ ਜਾਂਦੀ ਆ। ਨੰਬਰ 2 ਤੇ ਰੇਟ ਆਫ ਇੰਟਰਸਟ ਔਰ ਕੋਸਟ ਆਫ ਇਨਵੈਸਟਮੈਂਟ। ਰੇਟ ਆਫ ਇੰਟਰਸਟ, ਮੰਨ ਲਓ ਵੀ ਜੇਕਰ ਕੋਈ ਬੰਦਾ ਕਿਸੇ ਬਿਜ਼ਨਸ ਦੇ ਵਿੱਚ ਇਨਵੈਸਟ ਕਰਦਾ ਹੈ ਤਾਂ ਉਹ ਪੈਸਾ ਕਿੱਥੋਂ ਲਊਗਾ? ਉਹ ਪੈਸਾ ਬੈਂਕਿੰਗ ਤੋਂ ਲਊਗਾ, ਠੀਕ ਹੈ। ਸਰਵਿਸਿਜ਼ ਜਿਹੜੀਆਂ ਆਪਾਂ ਨੂੰ ਇੰਸਟੀਚਿਊਟ ਸਰਵਿਸ ਪ੍ਰੋਵਾਈਡ ਕਰਦੇ ਆ ਉਹਨਾਂ ਤੋਂ ਹੀ ਪੈਸਾ ਲਊਗਾ। ਤਾਂ ਜਿਹੜਾ ਉਹਨਾਂ ਤੋਂ ਪੈਸਾ ਲੈ ਰਿਹਾ ਏ, ਜੇਕਰ ਉਹਨਾਂ ਨੂੰ ਇੰਟਰਸਟ ਦਾ ਰੇਟ ਹੈ ਜਿਹੜਾ ਉਹ ਘੱਟ ਪੈ ਰਿਹਾ ਏ ਤਾਂ ਉਹ ਇਨਵੈਸਟ ਕਰੂਗਾ ਆਰਾਮ ਨਾਲ, ਕਿਉਂਕਿ ਰੇਟ ਇੱਧਰੋਂ ਇੰਟਰਸਟ ਦਾ ਘੱਟ ਆ, ਉਹਨੂੰ ਇਨਕਮ ਜ਼ਿਆਦਾ ਆਉਣੀ ਆ ਤਾਂ ਉਹਨੂੰ ਪ੍ਰੋਫਿਟ ਹੋਊਗਾ। ਜਾਂ ਕੋਸਟ ਆਫ ਇਨਵੈਸਟਮੈਂਟ। ਕੋਸਟ ਆਫ ਇਨਵੈਸਟਮੈਂਟ ਦੇ ਵਿੱਚ ਚੀਜ਼ ਦੀ ਲਾਗਤ ਪੂਰੀ, ਸਾਰਾ ਕੁਝ ਚੀਜ਼ ਦਾ ਵਿੱਚ ਆ ਜਾਂਦਾ ਵੀ ਕਿੰਨਾ ਉਹ 'ਤੇ ਖਰਚਾ ਹੋਇਆ ਸੀ, ਉਹਦੀ ਢੋਆ ਢੁਆਈ 'ਤੇ ਕਿੰਨਾ ਖਰਚਾ ਹੋਇਆ ਸੀ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਪੈ ਜਾਂਦੀਆਂ, ਠੀਕ ਹੈ। ਤਾਂ ਹੁਣ ਇਹ ਕੀ ਗੱਲ ਹੈ ਵੀ ਇਹ ਬਿਜ਼ਨਸਮੈਨ ਵਿਲ ਇਨਵੈਸਟ ਓਨਲੀ ਇਨ MEC ਇਜ਼ ਮੋਰ ਦੈਨ ਦਾ ਰੇਟ ਆਫ ਇੰਟਰਸਟ। ਹੁਣ ਜੇਕਰ ਕੋਈ ਬਿਜ਼ਨਸਮੈਨ ਇਨਵੈਸਟ ਕਰਦਾ ਹੈ, ਠੀਕ ਹੈ, ਤਾਂ ਉਹਨੂੰ ਜਿਹੜਾ ਹੈਗਾ ਏ ਉਹਦੀ ਇਨਕਮ ਉਹਦੀ ਜ਼ਿਆਦਾ ਹੈ ਦੈਨ ਦਾ ਰੇਟ ਆਫ ਇੰਟਰਸਟ। ਇੰਟਰਸਟ ਦੇ ਰੇਟ ਤੋਂ ਉਹਦੀ ਇਨਕਮ ਜ਼ਿਆਦਾ ਚੱਲ ਰਹੀ ਹੈ, ਠੀਕ ਹੈ, ਉਹ ਤਾਂ ਠੀਕ ਹੈ। ਜੇਕਰ ਦੂਜੇ ਪਾਸੇ ਦੇਖਿਆ ਜਾਵੇ ਵੀ ਇਫ ਦਾ ਰੇਟ ਆਫ ਇੰਟਰਸਟ ਸੀਮ ਟੂ ਬੀ ਗ੍ਰੇਟਰ ਦੈਨ ਦਾ ਐਕਸਪੈਕਟਡ ਰੇਟ ਆਫ ਪ੍ਰੋਫਿਟੇਬਿਲਿਟੀ, ਇੰਟਰਸਟ ਦਾ ਰੇਟ ਜ਼ਿਆਦਾ ਹੈ ਅਤੇ ਜੋ ਪ੍ਰੋਫਿਟ ਹੈ ਉਹਦਾ ਰੇਟ ਘੱਟ ਆ, ਤਾਂ ਇੱਥੇ ਕੋਈ ਵੀ ਉਹਨੂੰ ਜਿਹੜਾ ਹੈਗਾ ਫਾਇਦਾ ਨਹੀਂ ਹੋਊਗਾ ਇਨਵੈਸਟਮੈਂਟ ਕੀਤੀ ਦਾ। ਸੋ ਇਹ ਦੋ ਚੀਜ਼ਾਂ ਨੂੰ ਦਿਮਾਗ ਦੇ ਵਿੱਚ ਰੱਖ ਕੇ ਇਨਵੈਸਟਮੈਂਟ ਕੀਤੀ ਜਾਂਦੀ ਆ ਵੀ ਐਕਸਪੈਕਟਡ ਰੇਟ ਕੀ ਹੋਊਗਾ ਪ੍ਰੋਫਿਟ ਦਾ, ਕਿੰਨਾ ਕੁ ਸਾਨੂੰ ਜਿਹੜਾ ਹੈਗਾ ਪ੍ਰੋਫਿਟ ਹੋ ਸਕਦਾ ਹੈ, ਅਤੇ ਇੰਟਰਸਟ ਦਾ ਰੇਟ ਸਾਨੂੰ ਕਿੰਨਾ ਕੁ ਪਊਗਾ, ਘੱਟ ਪਊਗਾ, ਜ਼ਿਆਦਾ ਪਊਗਾ। ਇਹ ਸਾਰੀ ਚੀਜ਼ ਨੂੰ ਦਿਮਾਗ ਵਿੱਚ ਰੱਖ ਕੇ ਇਨਵੈਸਟਮੈਂਟ ਕੀਤੀ ਜਾਂਦੀ ਹੈ। ਇਹ ਇਨਵੈਸਟਮੈਂਟ ਦੇ ਡਿਟਰਮੀਨੈਂਟਸ ਮੰਨੇ ਜਾਂਦੇ ਹਨ।